ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਪ੍ਰੀਤਮ ਜੀ ਦਾ ਦੂਸਰਾ ਭਾਗ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਇਉਂ ਵਿਲਕਦੀ ਕਿਨਾਰੇ ਪਹੁੰਚੀ, ਜਿਸ ਰੁੱਖ ਨਾਲ ਆਪਣੀ ਬੇੜੀ ਬੱਧੀ ਹੋਈ ਸੀ, ਉੱਥੇ ਇੱਕ ਹੋਰ ਬਜਰਾ ਜਿਹਾ ਇਸ ਬੇੜੀ ਦੇ ਨਾਲ ਉੱਪਰੋਂ ਆ ਕੇ ਠਹਿਕਿਆ ਖੜਾ ਹੈ ਤੇ ਅੱਗੇ ਨਹੀਂ ਤੁਰਦਾ। ਨਜ਼ਰ ਪਈ ਤਾਂ ਤੱਕਿਆ, ਬਜਰੇ ਵਿੱਚ ਨਾ ਚੱਪਾ ਸੀ ਤੇ ਨਾ ਕੋਈ ਆਦਮੀ। ਹੈਰਾਨੀ ਨੇ ਕੁਛ ਆਪਣੀ ਵੱਲ ਖਿੱਚਿਆ, ਆਪਣੀ ਬੇੜੀ ਥਾਣੀ ਹੋ ਕੇ ਚੱਪੇ ਹੱਥ ਵਿੱਚ ਲੈ ਕੇ ਉਸ ਵਿੱਚ ਜਾ ਚੜੀ। ਚੱਪੇ ਇਸ ਲਈ ਫੜ ਲਏ ਕਿ ਮਤਾਂ ਟੁਰ ਪਵੇ ਤਾਂ ਸੰਭਾਲ ਲਵਾਂ। ਉਸ ਵਿੱਚ ਪਰਾਲੀ ਦਾ ਢੇਰ ਤੇ ਕੁਝ ਭੂਰੇ ਪਏ ਹੋਏ ਦੇਖੇ। ਕਾਲੀ ਨਾਲ ਪੂਰੇ ਹਿਲਾਏ ਤਾਂ ਭਾਰੇ ਲੱਗੇ। ਜਦ ਚੰਗੀ ਤਰ੍ਹਾਂ ਫਰੋਲ ਕੀਤੀ ਤਾਂ ਕੀ ਡਿੱਠਾ, ਮਿੱਠ ਬੋਲੇ ਦਾਤਾ ਜੀ ਦੀ ਲੋਥ ਹੈ। ਸਰੀਰ ਸਾਰਾ ਮਾਨੋ ਫਿੱਥਾ ਹੋਇਆ ਹੈ, ਖੂਨ ਵੀ ਕਈ ਥਾਵਾਂ ਤੋਂ ਵਰਿਆ ਹੋਇਆ ਹੈ। ਅੱਖਾਂ ਨੇ ਪਛਾਣਿਆ ਤੇ ਪਛਾਣਦਿਆਂ ਹੀ ਦਿਲ ਨੇ ਢਾਹ ਮਾਰੀ। ਵਾਹ ਕਿਸਮਤ, ਵਾਹ ਦੇਵਗਤੀ, ਮਿਲਾਇਆ ਅੰਤ ਮਿਲਾਇਆ, ਪਰ ਕੀ ਮਿਲਾਇਆ। ਇਸ ਨਾਲੋਂ ਨਾ ਮਿਲਾਇਆ ਹੁੰਦਾ ਤਾਂ ਚੰਗਾ ਸੀ। ਹੁਣ ਹੈ ਮੇਰੇ ਸਰੀਰ, ਤੂੰ ਵੀ ਐਸੇ ਨੀਂਦ ਦੇ ਸੌਂ ਅਰ ਐਸੇ ਬਜਰੇ ਵਿੱਚ ਸੌਂ। ਫਿਰ ਨੀਂਦਰੇ ਪਿਆਰ ਦੀ ਰੰਗਣ ਵਿੱਚ ਰੰਗੇ ਜਾ ਕੇ ਪੁੱਛਾਂਗੇ ਕਿ ਦਾਤਾ ਲੋਕ, ਉਹ ਇਹੋ ਜੀਵਨ ਸੀ ਜਿਸ ਦਾ ਆਪ ਪਤਾ ਦਿੰਦੇ ਹੁੰਦੇ ਸਾਓ। ਵਾਹ ਕਿਸਮਤ, ਦੂਰ ਹੋ ਹੁਣ ਸੰਸਾਰ ਪਰ ਜੀਵਣਾ ਨਿਸ਼ਫਲ ਹੈ। ਮੌਤ ਤੇਰੀ ਗੋਦ ਵਿੱਚ ਮੇਰਾ ਥਾਂ ਹੋਵੇ। ਦਾਤਾ ਜੀ ਹੱਥ ਹਿਲਾ ਕੇ, ਹੇ ਮਿੱਠ ਬੋਲੇ ਦਾਤਾ ਜੀ, ਬੋਲੋ ਤਾਂ ਸਹੀ। ਇੱਕ ਗੱਲ ਤਾਂ ਕਰ ਜਾਓ, ਐਉਂ ਟੁਰਨਾ ਸੀ ਤਾਂ ਪਹਿਲੇ ਐਉਂ ਟੋਰਨਾ ਸੀ। ਕੁਝ ਚਿਰ ਸੋਚ ਕੇ ਮੈਨੂੰ ਜੀਵਨ ਪਦ ਅੱਜ ਮਿਲ ਗਿਆ, ਕਿਉਂਕਿ ਮੇਰੀ ਜੀਵਨ ਦੀ ਤਲਬ ਮਿਟ ਗਈ। ਮੌਤ ਜੀਵਨ ਤੋਂ ਪਿਆਰੀ ਲੱਗਦੀ ਹੈ। ਕੋੜਾ ਜਿਹਾ ਹਾਸਾ ਹੱਸ ਕੇ, ਹਾਂ ਪੰਜਵਾਂ ਕਲੇਸ਼ ਅਭਿਨਿਵੇਸ਼ ਇਉਂ ਹੀ ਜਿੱਤੀਦਾ ਹੈ। ਰਾਜਾ ਜੀ ਦੇ ਸਿਪਾਹੀ ਜੀਉਂਦਿਆਂ ਤਾਂ ਨਾ ਲੈ ਗਏ, ਹੁਣ ਤਾਂ ਆਪਣੇ ਇਸ ਲੰਮੇ ਸਫ਼ਰ ਵਿੱਚ ਨਾਲ ਲੈ ਚਲੋ। ਮੈਂ ਵੀ ਦਰਸ਼ਨ ਪਾਵਾਂ ਤੇਰੇ ਰਾਜਾ ਜੀ ਦਾ। ਜੀਉਂਦਿਆਂ ਤਾਂ ਨਹੀਂ ਪਾਇਆ, ਮਰ ਕੇ ਹੀ ਦਰਸ਼ਨ ਪਾਵਾਂ। ਮੈਂ ਕਿਉਂ ਪੜੀ ਤਾਂ ਕਿਉਂ ਰੁੜੀ ਤਾਂ ਕਿਉਂ ਨਾ ਮਰ ਗਈ। ਮੌਤ ਹੇ ਸੁੰਦਰੀ ਮੌਤ, ਆ ਅਰ ਸਮੇਟ। ਪਿਆਰੇ ਦਾਤਾ ਜੀ ਦਾ ਇਹ ਦਰਸ਼ਨ ਡਿੱਠਾ ਨਹੀਂ ਜਾਂਦਾ। ਹੇ ਮੇਰੇ ਨੈਣੋ, ਮਿਟ ਜਾਓ ਅਰ ਕਦੀ ਨਾ ਖੁੱਲੋ। ਇਸ ਸੂਰਤ ਨੂੰ ਜਿਸ ਰੰਗ ਵਿੱਚ ਡਿੱਠਾ ਸੀ, ਉਸ ਤੋਂ ਛੁੱਟ ਹੋਰ ਰੰਗ ਵੀ ਦੇਖਣ ਤੋਂ ਪਹਿਲੇ ਮਿਟਦੇ। ਨਹੀਂ ਮਿਟੇ ਤਾਂ ਹੁਣ ਕਦੀ ਨਾ ਖੁੱਲੋ। ਇਉਂ ਰੋਂਦੀ ਕੀਰਨੇ ਕਰਦੀ ਇੱਕ ਵਿਦਿਆ ਦਾ ਭੰਡਾਰ ਪੰਡਿਤਾ ਹਾਵਿਆਂ ਦੇ ਮੂੰਹ ਸ਼ੁਦੈਣ ਹੁੰਦੀ ਜਾ ਰਹੀ ਹੈ। ਕਿੰਨੀ ਵੇਰ ਛਾਲ ਮਾਰ ਕੇ ਮਰ ਜਾਣ ਦਾ ਜੋਸ਼ ਉੱਠਦਾ ਹੈ, ਪਰ ਉਹ ਦਰਸ਼ਨ ਕੁਝ ਐਸਾ ਪਿਆਰਾ ਹੈ ਕਿ ਅਜੇ ਵੀ ਨਜ਼ਰ ਨੂੰ ਖਿੱਚਦਾ ਹੈ ਤੇ ਪਰੇ ਨਹੀਂ ਹੋਣ ਦਿੰਦਾ। ਇਸ ਰੰਗ ਵਿੱਚ ਬੌਲੀ ਹੋਈ ਨੇ ਬਜਰੇ ਨੂੰ ਆਪਣੀ ਬੇੜੀ ਨਾਲ ਬੰਨ੍ਹ ਲਿਆ। ਆਪਣੀ ਬੇੜੀ ਵਿੱਚ ਘਾਸ ਫੂਸ ਦੇ ਤਕੀਏ ਬਣਾ ਕੇ ਇੱਕ ਮਸਨਦ ਬਣਾਈ ਤੇ ਪਿਆਰੇ ਦਾਤਾ ਜੀ ਨੂੰ ਚਾਹ ਕੇ ਉੱਤੇ ਲਿਟਾਇਆ। ਜੋ ਕੁਝ ਬਸਤਰ ਸੀ ਉੱਤੇ ਪਾਇਆ ਤੇ ਮੂੰਹ ਨੰਗਾ ਰੱਖ ਲਿਆ। ਪਾਣੀ ਤੱਤਾ ਕਰਕੇ ਮੂੰਹ ਹੱਥ ਪੈਰ ਸਾਫ਼ ਕੀਤੇ। ਬੰਨ ਦੇ ਫੁੱਲ ਲਿਆ ਕੇ ਸਜਾ ਦਿੱਤਾ। ਰਾਤ ਆ ਗਈ। ਬੇੜੀ ਵਿੱਚ ਅੱਗ ਬਾਲ ਕੇ ਨਿੱਘ ਕਰ ਦਿੱਤੀ ਤੇ ਵੀਣਾ ਲੈ ਕੇ ਲੱਗੀ ਭਰਥਰੀ ਜੀ ਦੇ ਵੈਰਾਗ ਦੇ ਸਲੋਕ ਗਾਇਨ ਕਰਨ। ਦਰਿਆ ਅੱਜ ਬਹੁਤ ਚੜ੍ਹਿਆ ਹੋਇਆ ਸੀ। ਪਾਰ ਤੋਂ ਇੱਕ ਸੰਘ ਬੇੜੀਆਂ ਦਾ ਆ ਰਿਹਾ ਸੀ। ਰਸਤੇ ਵਿੱਚ ਉਖਿਆਈ ਦੇ ਕਾਰਨ ਬੇੜੇ ਚਿਰਕੀ ਰਾਤ ਗਈ ਪਾਰ ਲੱਗੇ। ਝੁੰਡ ਦੇ ਵਾਸੀ ਤਾਂ ਘਰ ਜਾ ਪਹੁੰਚੇ, ਪਰ ਪਰੇ ਜਾਣ ਵਾਲਿਆਂ ਨੇ ਉੱਥੇ ਹੀ ਡੇਰਾ ਕੀਤਾ। ਸਭ ਤੋਂ ਵਧੇਕ ਲੋੜ ਅੱਗ ਦੀ ਸੀ। ਇਸ ਵੇਲੇ ਕਾਫਲੇ ਵਿੱਚੋਂ ਇੱਕ ਆਦਮੀ ਇਸ ਬੇੜੀ ਵਿੱਚ ਅੱਗ ਬਲਦੀ ਵੇਖ ਕੇ ਅੱਗ ਲੈਣ ਆਇਆ। ਜਾਂ ਕਿ ਉਸਨੇ ਡਿੱਠਾ ਤਾਂ ਹੱਕਾ ਬੱਕਾ ਰਹਿ ਗਿਆ ਕਿ ਇੱਕ ਮੁਰਦਾ ਲੋਥ ਸ਼ਿੰਗਾਰੀ ਹੋਈ ਧਰੀ ਹੈ ਤੇ ਇੱਕ ਜਵਾਨ ਸੁੰਦਰੀ ਵੀਣਾ ਵਜਾਂਦੀ ਤੇ ਗਾਉ ਰਹੀ ਹੈ। ਸ਼ਬਦ ਤੇ ਖਿੜੀ ਚਾਂਦਨੀ ਦੀ ਰਾਤ, ਉੱਤੇ ਨੀਲਾ ਤਾਰਿਆਂ ਜੜਿਆ ਆਕਾਸ਼, ਹੇਠਾਂ ਜਲ। ਇਸ ਅਡੋਲ ਤੇ ਸੀਤਲ ਸਮੇਂ ਇਹ ਕੀ ਨਜ਼ਾਰਾ ਨਜ਼ਰ ਆ ਰਿਹਾ ਹੈ।
ਡਰਿਆ ਅਰ ਸਮਝਿਆ ਕਿ ਜਲਦੀ ਕੋਈ ਪਰੀ ਹੈ ਤੇ ਇਸ ਇਕੱਲ ਵੇਲੇ ਬਾਹਰ ਆ ਕੇ ਆਪਣੀ ਮੌਜ ਬਹਾਰ ਕਰ ਰਹੀ ਹੈ। ਅਗਲੇ ਹੀ ਕਦੇ 2 ਕਦਮ ਅੱਗੇ ਵਧੇ, ਕਦੀ ਹਟੇ। ਗੱਲ ਕੀ ਹੌਸਲਾ ਕਰਕੇ ਇਸਨੇ ਅੱਗ ਜਾ ਹੀ ਮੰਗੀ, ਪਰ ਉੱਥੇ ਸੁਣੇ ਕੌਣ। ਬੇਖਬਰ ਸਮਝ ਕੇ ਇਸਨੇ ਅੱਗੇ ਵਧ ਕੇ ਆਪੇ ਅੱਗ ਲੈ ਲੀਤੀ। ਡੇਰੇ ਜਾ ਕੇ ਇਸਨੇ ਆਪਣੇ ਮਾਲਕ ਨੂੰ ਸਾਰੀ ਵਿਥਿਆ ਸੁਣਾਈ। ਅਚਰਜ ਹੋ ਕੇ ਮਾਲਕ ਦਾ ਜੀ ਵੀ ਦੇਖਣ ਨੂੰ ਕਰ ਆਇਆ। ਜਾਂ ਉੱਥੇ ਪਹੁੰਚਾ ਤੇ ਡਿੱਠਾ ਤਾਂ ਸਮਝ ਗਿਆ ਕਿ ਇੱਥੇ ਤਾਂ ਕੋਈ ਦੁੱਖ ਦੀ ਹੋਣੀ ਵਰਤੀ ਹੈ। ਲੋਥ ਵੱਲ ਤੱਕੇ, ਅਚੰਭਾ ਹੋਵੇ। ਵੀਣਾ ਤੇ ਪੋਥੀ ਵੇਖੇ ਤੇ ਸਮਝੇ ਕਿ ਵਿਦਵਾਨ ਹੈ। ਅਖੀਰ ਅੱਗੇ ਵਧ ਕੇ ਬੇੜੀ ਦੇ ਵਿੱਚ ਚਲਾ ਗਿਆ ਔਰ ਲੋਥ ਦੇ ਨੱਕ ਅੱਗੇ ਪਹਿਲੇ ਪੁੱਠਾ ਹੱਥ ਕੀਤਾ ਤੇ ਫਿਰ ਰੂੰ ਤਰ ਦਿੱਤੀ। ਫਿਰ ਕੁਛ ਨੋਹਾਂ ਦਾ ਰੰਗ ਡਿੱਠਾ, ਅੱਖਾਂ ਦੇ ਆਨੇ ਦੇਖੇ, ਸਰੀਰ ਤੇ ਹੱਥ ਫੇਰਿਆ। ਕਾਕੀ ਹੁਣ ਹੋਸ਼ ਵਿੱਚ ਆ ਕੇ ਅਚਰਜ ਹੋ ਰਹੀ ਸੀ। ਇਹ ਸੱਜਣ ਹੁਣ ਆਪ ਉਸ ਨੂੰ ਕਹਿਣ ਲੱਗਾ, ਹੇ ਸੁੰਦਰੀ, ਤੂੰ ਪੰਡਤਾ ਮਾਲੂਮ ਹੁੰਦੀ ਹੈ। ਮੈਂ ਵੈਦ ਹਾਂ। ਤੇਰੇ ਇਸ ਦੁੱਖ ਤੇ ਮੈਨੂੰ ਤਰਸ ਆਇਆ ਹੈ। ਜੇ ਤੂੰ ਚਾਹੇ ਤਾਂ ਮੈਂ ਇਸ ਨੂੰ ਅਰੋਗ ਕਰ ਦਿਆਂ। ਕਾਕੀ, ਕੀ ਮਰ ਚੁੱਕੇ ਜੀਉ ਸਕਦੇ ਹਨ? ਵੈਦ, ਇਹ ਮਰ ਨਹੀਂ ਗਿਆ, ਜਿਉਂਦਾ ਹੈ। ਕਾਕੀ, ਮਰ ਕੇ ਵੀ ਜਿਉਂਦਾ ਹੈ? ਵੈਦ, ਮੋਇਆ ਨਹੀਂ, ਜਿਉਂਦਾ ਹੈ। ਕਾਕੀ, ਸੱਚ? ਵੈਦ, ਹਾਂ ਸੱਚ। ਕਾਕੀ, ਕੀ ਆਪ ਇਸ ਨੂੰ ਮੇਰੇ ਨਾਲ ਗੱਲਾਂ ਕਰਾ ਸਕਦੇ ਹੋ? ਵੈਦ, ਹਾਂ। ਹਾਂ ਸੁਣਦੇ ਹੀ ਕਾਕੀ ਪੈਰਾਂ ਤੇ ਢਹਿ ਪਈ ਤੇ, ਹੇ ਜੀਵਨ ਦਾਤੇ, ਕੀ ਤੂੰ ਰਾਜਾ ਤਾਂ ਨਹੀਂ? ਵੈਦ, ਮੈਂ ਨਾ ਰਾਜਾ ਹਾਂ ਨਾ ਵਜ਼ੀਰ, ਇੱਕ ਵੈਦ ਹਾਂ ਜੋ ਇਸ ਦਾ ਦਾਰੂ ਕਰ ਸਕਦਾ ਹਾਂ। ਕਾਕੀ, ਮੈਂ ਦੁਖੀਆ ਹਾਂ, ਨਿਰਧਨ ਹਾਂ। ਆਪ ਜੇ ਰਾਜ਼ੀ ਕਰ ਦਿਓ ਤਾਂ ਆਪ ਦੇ ਘਰ ਦੀ ਸੇਵਾ ਸ਼ੁਕਰਾਨੇ ਭਰੇ ਦਿਲ ਨਾਲ ਕਰ ਸਕਾਂਗੀ। ਹੋਰ ਮੇਰੇ ਪਾਸ ਕੁਝ ਨਹੀਂ ਹੈ। ਵੈਦ, ਤੇਰਾ ਪੰਡਤ ਹੋਣਾ ਮੇਰੇ ਲਈ ਕਾਫੀ ਹੈ। ਵਿਦਵਾਨ ਦੁੱਖ ਵਿੱਚ ਹੋਵੇ ਤੇ ਵਿਦਵਾਨ ਸੇਵਾ ਨਾ ਕਰੇ ਤਾਂ ਉਸ ਦੇ ਤ੍ਰਿਗ ਹੈ। ਕਾਕੀ, ਆਪ ਧਨ ਹੋ, ਆਪ ਦਾ ਜਨਮ ਧਨ ਹੈ। ਵੈਦ, ਬੀਬਾ, ਇਹ ਤੇਰਾ ਕੀ ਲੱਗਦਾ ਹੈ? ਕਾਕੀ, ਮੇਰੇ ਰਾਜਾ ਜੀ ਦਾ ਸਿਪਾਹੀ ਹੈ। ਵੈਦ, ਕਿਹੜੇ ਰਾਜਾ ਜੀ? ਕਾਕੀ, ਮੈਂ ਨਹੀਂ ਜਾਣਦੀ। ਵੈਦ, ਕਿਸ ਦੇਸ਼ ਦੇ ਰਾਜਾ ਜੀ? ਕਾਕੀ, ਮੈਨੂੰ ਪਤਾ ਨਹੀਂ। ਵੈਦ, ਫਿਰ ਤੇਰੇ ਰਾਜਾ ਜੀ ਕਿਸ ਤਰ੍ਹਾਂ? ਕਾਕੀ, ਇਹ ਵੀ ਮੈਨੂੰ ਪਤਾ ਨਹੀਂ। ਵੈਦ, ਇਸ ਦਾ ਨਾਂ ਕੀ ਹੈ? ਕਾਕੀ, ਮੇਰੇ ਰਾਜਾ ਜੀ ਦਾ ਸਿਪਾਹੀ, ਇਹ ਨਾਮ ਤਾਂ ਇਹਨਾਂ ਨੇ ਆਪਣੇ ਆਪ ਦੱਸਿਆ ਸੀ ਤੇ ਸਾਡੇ ਨਗਰ ਦੇ ਲੋਕ ਮਿੱਠ ਬੋਲਾ ਸਾਈਂ ਸੱਦਦੇ ਸਨ ਤੇ ਮੇਰੀ ਅੰਮੀ ਇਹਨਾਂ ਨੂੰ ਦਾਤਾ ਲੋਕ ਆਖਿਆ ਕਰਦੀ ਸੀ। ਵੈਦ, ਤੁਹਾਡਾ ਸੰਬੰਧ ਕੀ ਹੈ? ਕਾਕੀ, ਮੇਰਾ? ਵੈਦ, ਹਾਂ ਬੱਚੀ, ਤੇਰਾ। ਕਾਕੀ, ਮੇਰੇ ਜੀਵਨ ਦਾਤਾ ਹਨ ਪਰ ਅਜੇ ਜੀਵਨ ਦਿੱਤਾ ਨਹੀਂ। ਕੋਈ ਪ੍ਰੀਤਮ ਜੀ ਹਨ ਪਰ ਮੇਰੇ ਲਈ ਉਹ ਅਣਡਿੱਠੇ ਪ੍ਰੀਤਮ ਜੀ ਹਨ। ਉਹਨਾਂ ਦੇ ਪਾਸ ਜੀਵਨ ਦਾਤ ਹੈ। ਵੈਦ ਨੇ ਸੋਚਿਆ ਕਿ ਗਮ ਦੇ ਮਾਰੇ ਇਸ ਦੀ ਹੋਸ਼ ਟਿਕਾਣੇ ਨਹੀਂ ਹੈ। ਜਦ ਇਹ ਰਾਜ਼ੀ ਹੋਵੇਗਾ ਤਦ ਆਪੇ ਪਤਾ ਲੱਗ ਜਾਵੇਗਾ। ਮਸਤਕ ਇਸ ਰੋਗੀ ਦਾ ਵੀ ਚੌੜਾ ਤੇ ਯੋਗੀ ਵਰਗਾ ਜਾਪਦਾ ਹੈ। ਆਸ਼ਾ ਹੈ ਇਹ ਵੀ ਹੀਰਾ ਹੀ ਨਿਕਲੇਗਾ। ਸੇਵਾ ਕਰ ਦਿਓ, ਸੇਵਾ ਨੂੰ ਹੀ ਮੇਵਾ ਪੈਂਦਾ ਹੈ। ਵੈਦ ਜੀ ਆਪਣਾ ਖੜੀਆ ਲੈ ਆਏ ਤੇ ਉਸ ਵਿੱਚੋਂ ਇੱਕ ਦਵਾਈ ਕੱਢ ਕੇ ਕਹਿਣ ਲੱਗੇ, ਕਾਕੀ, ਇਹ ਦਵਾਈ ਇਸ ਦੀਆਂ ਪੁੜਪੁੜੀਆਂ ਵਿੱਚ ਮਲਦੀ ਰਹੋ। ਤੇ ਦੂਸਰੀ ਦਵਾਈ ਦਿੱਤੀ ਕਿ ਇਸ ਦੀਆਂ ਬਗਲਾਂ ਦੇ ਅੰਦਰ ਥੋੜ੍ਹੇ ਥੋੜ੍ਹੇ ਚਿਰ ਪਿੱਛੋਂ ਮੱਲੀ ਜਾ ਤੇ 4 ਪਤਲੀਆਂ ਜਿਹੀਆਂ ਪੁੜੀਆਂ ਦਿੱਤੀਆਂ ਕਿ ਇਹ ਰਾਤ ਵਿੱਚ 4 ਵਾਰੀ ਇਸ ਦਾ ਮੂੰਹ ਖੋਲ ਕੇ ਜੀਭ ਦੀ ਨੋਕ ਉੱਤੇ ਲਗਾ ਦੇਵੀਂ। ਵੈਦ ਹੋਰੀ ਤਾਂ ਆਪਣੇ ਡੇਰੇ ਚਲੇ ਗਏ। ਨਿਰਾਸ਼ਾ ਦੇ ਹੱਥ ਵਿਕ ਚੁੱਕੀ ਕੰਨਿਆਂ ਵਿੱਚ ਉਮੈਦ ਤੇ ਸਾਹਸ ਭਰ ਗਏ। ਇਹ ਜੀ ਪਵੇਗਾ? ਨਿੱਕੀ ਜਿਹੀ ਪੁੱਛ ਸੀ ਜੋ ਪੰਡਤਾ ਕਾਕੀ ਦੇ ਦਿਮਾਗ ਵਿੱਚ ਬਾਰ-ਬਾਰ ਉੱਠਦੀ ਸੀ। ਆਪਣੀ ਅਕਲ ਤਾਂ ਜਵਾਬ ਦਿੰਦੀ ਸੀ ਨਹੀਂ, ਪਰ ਵੈਦ ਜੀ ਦੀ ਸੂਰਤ ਸਾਹਮਣੇ ਆਖਣ ਆਉਂਦੀ ਸੀ ਤੇ ਆਖਦੀ ਸੀ ਜ਼ਰੂਰ।
ਰਾਤ ਭਰ ਕਾਕੀ ਸੁੱਤੀ ਨਹੀਂ। ਵੈਦ ਜੀ ਦੀ ਆਗਿਆ ਅਨੁਸਾਰ ਦਵਾਈਆਂ ਮਲਦੀ ਰਹੀ ਤੇ ਸਾਰੀ ਰਾਤ ਅੱਗ ਬਲਦੀ ਰੱਖੀ। ਸਵੇਰੇ ਵੈਦ ਜੀ ਆਪੇ ਆ ਗਏ। ਸਰੀਰ ਸਾਰੇ ਨੂੰ ਚੰਗੀ ਤਰ੍ਹਾਂ ਦੇਖ ਕੇ ਕਹਿਣ ਲੱਗੇ, ਕਾਕੀ ਮੇਰੀ ਦਵਾਈ ਅਸਰ ਕਰ ਗਈ ਹੈ ਤੇ ਬਿਮਾਰੀ ਮੋੜਾ ਖਾ ਗਈ ਹੈ। ਜੇ ਤੂੰ ਧਿਆਨ ਨਾਲ ਦਾਰੂ ਕੀਤਾ ਤਾਂ ਜ਼ਰੂਰ ਫਾਇਦਾ ਹੋਵੇਗਾ, ਪਰ ਇੱਕ ਮੁਸ਼ਕਿਲ ਹੈ। ਮੈਂ ਅੱਜ ਟੁਰ ਜਾਣਾ ਹੈ ਤੇ ਤੁਸੀਂ ਇਸ ਨੂੰ ਲੈ ਕੇ ਮੇਰੇ ਨਾਲ ਟੁਰ ਨਹੀਂ ਸਕਦੇ। ਕਾਕੀ, ਹੇ ਕਵੀਰਾਜ ਜੀ, ਆਪ ਨੇ ਮੇਰੀ ਆਸ ਨੂੰ ਜਿਵਾ ਕੇ ਫਿਰ ਮਾਰਿਆ ਹੈ, ਜਿਸ ਕਰਕੇ ਮੇਰੀ ਪੀੜਾ ਵੱਧ ਗਈ ਹੈ। ਪਰੰਤੂ ਮੇਰੇ ਲਈ ਦੈਵ ਗਤੀ ਹੀ ਹੁਣ ਐਸੀ ਹੈ, ਸੋ ਚੰਗਾ। ਹੇ ਚੰਦਰ ਭਗਾ, ਪਿਆਰੀ ਚੰਦਰ ਭਗਾ ਨਦੀ, ਮੈਂ ਹੁਣ ਤੇਰੇ ਵਿੱਚ ਪ੍ਰਵੇਸ਼ ਕਰਾਂਗੀ, ਕਿਉਂਕਿ ਮੈਨੂੰ ਜੇ ਦਾਤਾ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਆਸ ਲੱਗ ਜੀਵੀ ਜਾਂਦੀ। ਜਦ ਦਰਸ਼ਨ ਹੋ ਗਏ ਤੇ ਪਤਾ ਲੱਗ ਗਿਆ ਕਿ ਉਹ ਹੁਣ ਪਰਲੋਕ ਚੱਲ ਬਸੇ ਹਨ, ਤਦ ਮੈਂ ਹੁਣ ਪਰਲੋਕ ਜਾ ਕੇ ਹੀ ਉਹਨਾਂ ਦੀ ਭਾਲ ਕਰਾਂਗੀ। ਵੈਦ ਜੀ ਨੇ ਜਦ ਇਸ ਤਰ੍ਹਾਂ ਦਾ ਵਿਰਲਾਪ ਸੁਣਿਆ ਤੇ ਡਿੱਠਾ ਕਿ ਇਸ ਦਾ ਸੰਕਲਪ ਦ੍ਰਿੜ ਹੈ ਅਤੇ ਜੇ ਮੈਂ ਸੇਵਾ ਕਰਾਂ ਤਾਂ 2 ਜਾਨਾਂ ਬਚਾ ਸਕਦਾ ਹਾਂ ਤੇ ਜੇ ਟੁਰ ਗਿਆ ਤਾਂ ਦੋਹਾਂ ਦਾ ਘਾਤ ਹੋ ਜਾਏਗਾ। ਤਦ ਆਖਣ ਲੱਗਾ, ਹੇ ਕਨਿਆ, ਮੈਂ ਝੁੰਡ ਜਾ ਕੇ ਕਿਸੇ ਅਸਥਾਨ ਤੇ ਡੇਰਾ ਕਰਦਾ ਹਾਂ ਅਤੇ 2 ਦਿਨ ਤੇਰੇ ਪਾਸ ਠਹਿਰਦਾ ਹਾਂ। ਇਤਨੇ ਤੱਕ ਉਮੀਦ ਹੈ ਕਿ ਖਤਰਾ ਲੰਘ ਜਾਏਗਾ। ਕਾਕੀ, ਕਵੀਰਾਜ ਜੀ, ਆਪ ਧन्य ਹੋ, ਆਪ ਧन्य ਹੋ ਜੋ ਇੱਕ ਦੁਖੀ ਕਨਿਆ ਦੀ ਅਸੀਸ ਲੈ ਰਹੇ ਹੋ। ਵੈਦ ਜੀ ਨੇ ਹੁਣ ਦਾਰੂ ਦਿੱਤਾ ਤੇ ਆਪ ਝੁੰਡ ਜਾ ਕੇ ਧਰਮਸ਼ਾਲਾ ਵਿੱਚ ਡੇਰਾ ਲਾਇਆ। ਇਹਨਾਂ ਦਿਨਾਂ ਵਿੱਚ ਭਾਈ ਜੀਵਣਾ ਨਾਮ ਇੱਕ ਚੰਗਾ ਲੋਕ ਇਸ ਧਰਮਸ਼ਾਲਾ ਵਿੱਚ ਭਾਈ ਹੁੰਦਾ ਸੀ। ਵੈਦ ਰਾਜ ਜੀ ਨੇ ਜਦ ਉਸ ਨੂੰ ਆਪਣੇ ਅਟਕਣ ਦਾ ਕਾਰਨ ਦੱਸਿਆ ਤਾਂ ਭਾਈ ਜੀਵਣੇ ਦੇ ਨੇਤਰਾਂ ਵਿੱਚ ਨੀਰ ਆ ਗਿਆ ਤੇ ਵੈਰਾਗ ਵਿੱਚ ਹੀ ਅੱਖਾਂ ਮੀਟ ਲਈਆਂ। ਕੀ ਵੇਖਦੇ ਹਨ ਕਿ ਕੋਈ ਗੁਰਮੁਖ ਜੀ ਖੜੇ ਹਨ ਤੇ ਕਹਿ ਰਹੇ ਹਨ, ਪਿਆਰਿਆਂ ਦੇ ਦੁੱਖ ਪਿਆਰ ਕਰਨ ਵਾਲਿਆਂ ਦੀ ਛਾਤੀ ਤੇ ਪੈਂਦੇ ਹਨ। ਭਾਈ ਜੀਵਣੇ ਨੇ ਜਾਣ ਲਿਆ ਕਿ ਮੈਨੂੰ ਮੇਰੇ ਫਰਜ਼ ਲਈ ਜਗਾਇਆ ਗਿਆ ਹੈ। ਇਹ ਜੀਵ ਹੋਵੇ ਨਾ ਤਾਂ ਮੇਰੇ ਪਿਆਰੇ ਗੁਰੂ ਨਾਨਕ ਦੇ ਪਿਆਰੇ ਹਨ। ਸ੍ਰਿਸ਼ਟੀ ਮਾਤਰ ਦਾ ਦੁੱਖ ਦੂਰ ਕਰਨਾ ਮਨੁੱਖ ਦਾ ਫਰਜ਼ ਹੈ ਤੇ ਇੱਥੇ ਤਾਂ ਕੁਝ ਪਿਆਰ ਦੀ ਲਪਟ ਵੀ ਆਉਂਦੀ ਹੈ। ਗੱਲ ਕੀ ਭਾਈ ਜੀਵਣਾ ਵੈਦ ਜੀ ਦੇ ਨਾਲ ਉੱਥੇ ਪਹੁੰਚਾ। ਜਾ ਕੇ ਕਾਕੀ ਨੂੰ ਬੇਨਤੀ ਕੀਤੀ, ਇਸ ਠੰਡ ਵਿੱਚ ਇਸ ਤਰ੍ਹਾਂ ਖੁੱਲ੍ਹੇ ਥਾਂ ਪਿਆ ਦਾਰੂ ਨੇ ਕਾਟ ਘਾਟ ਕਰਨੀ ਹੈ। ਤੁਸੀਂ ਮੇਰੇ ਕੋਲ ਚੱਲੋ, ਉੱਥੇ ਥਾਂ ਵੀ ਹੈ, ਮੰਜਾ ਤੇ ਬਿਸਤਰਾ ਵੀ ਹੈ, ਮੈਂ ਵੀ ਸੇਵਾ ਕਰਾਂਗਾ। ਕਾਕੀ, ਮਹਾਰਾਜ ਆਪ ਧੰਨ ਹੋ, ਪਰ ਮੈਂ ਬਨਵਾਸਨ ਹਾਂ। ਘਰਾਂ ਤੇ ਮੰਦਰਾਂ ਤੋਂ ਮੂੰਹ ਮੋੜ ਚੁੱਕੀ ਹਾਂ। ਹੁਣ ਮੁੜ ਕੇ ਉਹਨਾਂ ਹੀ ਮੰਦਰਾਂ ਵਿੱਚ ਵੜਨਾ ਮੇਰੇ ਲਈ ਉਲਾਂਭਾ ਹੈ। ਇੱਥੇ ਹੀ ਜੋ ਭਗਵੰਤ ਭਾਵਨੀ ਹੈ ਪਈ ਬੀਤੇਗੀ। ਜੀਵਣਾ ਬਿਮਾਰ ਵੱਲ ਤੱਕ ਕੇ, ਕਾਕੀ, ਇਹ ਸੱਜਣ ਤਾਂ ਬਨਵਾਸੀ ਨਹੀਂ ਹੈ, ਤੁਸੀਂ ਬਨਵਾਸੀ ਕਿਸ ਤਰ੍ਹਾਂ ਹੋ? ਕਾਕੀ, ਇਹ ਤਾਂ ਬੀਤਰਾਗ ਬੋਧੀਸਵਤਾ ਹੈ, ਇਹ ਤਾਂ ਯੋਗੀ ਹੈ, ਇਹ ਤਾਂ ਸੰਨਿਆਸੀ ਹੈ। ਜੀਵਣਾ, ਹੋ ਨਹੀਂ ਸਕਦਾ। ਹਾਂ, ਇਹ ਬੀਤਰਾਗੀ ਸੰਨਿਆਸੀਆਂ ਤੇ ਯੋਗੀਆਂ ਤੋਂ ਉੱਚਾ ਹੈ, ਪਰ ਇਹ ਬਨਵਾਸੀ ਨਹੀਂ ਹੈ। ਕਾਕੀ ਅਚਰਜ ਹੋ ਕੇ, ਕੀ ਇਹ ਗ੍ਰਸਤੀ ਹੈ? ਜੀਵਣਾ, ਪੱਕੀ ਗੱਲ ਤਾਂ ਤੁਸੀਂ ਜਾਣੋ, ਪਰ ਇਹ ਜਲ ਵਿੱਚ ਵਸਣ ਵਾਲੀ ਤੇ ਜਲ ਤੋਂ ਅਲੇਪ ਰਹਿਣ ਵਾਲੀ ਮੁਰਗਾਬੀ ਹੈ। ਕਾਕੀ, ਮੈਂ ਨਹੀਂ ਸਮਝੀ। ਜੀਵਣਾ, ਬੱਚਿਆ, ਘਰ ਬਾਰੀ ਹੋਵੇ ਚਾਹੇ ਅਤੀਤ ਹੋਵੇ, ਇਸ ਵੇਲੇ ਬਿਮਾਰ ਹੈ। ਛੇਤੀ ਰਾਜ਼ੀ ਕਰਨ ਵਾਸਤੇ ਇਸ ਥਾਂ ਨਾਲੋਂ ਧਰਮਸ਼ਾਲਾ ਵਿੱਚ ਛੇਤੀ ਆਰਾਮ ਹੋਸੀ, ਸੋ ਇਹ ਵੀ ਇੱਕ ਦਾਰੂ ਹੀ ਸਮਝੋ। ਕਾਕੀ, ਮੈਂ ਘਰ ਤੋਂ ਟੁਰੀ ਬਨਚਰਿਆ ਲਈ ਸਾਂ, ਘਰ ਵਿੱਚ ਕਿਉਂ ਜਾਵਾਂ? ਪਰ ਮਿੱਠ ਬੋਲੇ ਦਾਤਾ ਜੀ ਦੀ ਖਾਤਰ ਕੀ ਨਹੀਂ ਕਰਨਾ। ਜੀਵਣਾ, ਕਾਕੀ, ਮੈਂ ਤੈਨੂੰ ਘਰ ਨਹੀਂ ਲੈ ਚੱਲਦਾ, ਧਰਮਸਾਲ ਵਿੱਚ ਲੈ ਚੱਲਦਾ ਹਾਂ, ਜਿੱਥੇ ਸਾਧੂ ਲੋਕ ਵਸਦੇ ਹਨ ਔਰ ਤਪੀ ਪੁਰਖ ਨਿਵਾਸ ਕਰਦੇ ਹਨ। ਧਰਮਸਾਲ ਘਰ ਨਹੀਂ ਹੈ। ਸਤ ਬਚਨ ਕਹਿ ਕੇ ਕਾਕੀ ਤਿਆਰ ਹੋ ਪਈ। ਇੱਕ ਮੰਜੇ ਤੇ ਪਾ ਕੇ ਦਾਤਾ ਜੀ ਨੂੰ ਨਾਲ ਲੈ ਚੱਲੇ। ਬੇੜੀ ਦਾ ਲੱਟਾ ਪੱਟਾ ਵੀ ਚੁਕਵਾ ਲਿਆ ਤੇ ਭਾਈ ਜੀਵਣੇ ਜੀ ਨੇ ਬਜਰਾ ਤੇ ਡੱਗੀ ਮੁਹਾਣਿਆਂ ਦੇ ਸਪੁਰਦ ਕੀਤੇ ਕਿ ਸੰਭਾਲ ਰੱਖਣ। ਧਰਮਸ਼ਾਲਾ ਵਿੱਚ ਦਾਤਾ ਜੀ ਦਾ ਦਾਰੂ ਸ਼ੁਰੂ ਹੋਇਆ। ਭਾਈ ਜੀਵਣਾ ਜੀ ਨੇ ਜਦ ਕਾਕੀ ਦੀ ਵਿਥਿਆ ਦੇਖੀ, ਚਕਰਿਤ ਰਹਿ ਗਏ।
ਜਦ ਵਿਥਿਆ ਸੁਣੀ ਤਦ ਹੋਰ ਵੀ ਪਿਆਰ ਤੇ ਸਤਿਕਾਰ ਪੈਦਾ ਹੋ ਗਿਆ। ਦਾਤਾ ਜੀ ਦੀ ਸੂਰਤ ਹੀ ਉਹਨਾਂ ਦੀ ਖਿੱਚ ਲਈ ਕਾਫੀ ਸੀ, ਪਰ ਹੁਣ ਤਾਂ ਵਿਥਿਆ ਹੋਰ ਵੀ ਖਿੱਚ ਪਾ ਗਈ। ਅਜੇ ਪਤਾ ਹੀ ਨਹੀਂ ਸੀ ਕਿ ਇਸ ਦੁੱਖ ਭਰੀ ਦਸ਼ਾ ਵਿੱਚ ਇਹ ਮੋਹਨੀ ਮੂਰਤ ਕਿਉਂ ਆਈ ਸੀ। ਵੈਦ ਜੀ 3 ਦਿਨ ਉੱਥੇ ਰਹੇ। 3 ਦਿਨਾਂ ਵਿੱਚ ਪਹਿਲੇ ਨਿੱਘ ਪਰਤਦੀ ਆਪਣੇ ਟਿਕਾਣੇ ਆਈ ਤੇ ਸਵਾਸ ਜੇ ਇੰਨੇ ਧੀਮੇ ਸਨ ਕਿ ਪਹਿਲਾਂ ਮਾਲੂਮ ਹੀ ਨਹੀਂ ਸਨ ਹੁੰਦੇ, ਹੁਣ ਬਿਲਕੁਲ ਸਾਫ਼ ਆਉਣ ਲੱਗ ਪਏ। ਫਿਰ ਹੋਸ਼ ਮੁੜੀ। ਤੀਸਰੇ ਦਿਨ ਅੱਖਾਂ ਖੁੱਲੀਆਂ ਤਾਂ ਸਾਹਮਣੇ ਕੋਈ ਕਨਿਆ ਬੈਠੀ ਦੇਖੀ। ਕਮਜ਼ੋਰੀ ਬਹੁਤ ਸੀ, ਬੋਲ ਨਹੀਂ ਸਕੇ, ਪਰ ਪਤਾ ਲੱਗ ਪਿਆ ਕਿ ਕੋਈ ਮੇਰੀ ਸੇਵਾ ਕਰ ਰਿਹਾ ਹੈ। ਇਸ ਕਰਕੇ ਅਚਰਜ ਨਹੀਂ ਹੋਏ। ਕਮਜ਼ੋਰੀ ਬਹੁਤੀ ਸੀ। ਅੱਖਾਂ ਮੀਟ ਲੀਆਂ। ਇਸ ਤਰ੍ਹਾਂ ਚੌਥੇ ਕੋ ਦਿਨ ਫਿਰ ਅੱਖਾਂ ਖੁੱਲੀਆਂ, ਤੱਕ ਕੇ ਫਿਰ ਮੀਟ ਲਈਆਂ। ਹੁਣ ਤਾਕਤ ਵੀ ਕੁਝ ਫਿਰ ਆਈ ਸੀ। 2 ਕੋ ਵਾਰੀ ਪ੍ਰੀਤਮ ਜੀ ਮੂੰਹੋਂ ਨਿਕਲਿਆ ਅਰ ਨੇਤਰਾਂ ਵਿੱਚੋਂ 2 ਕੋ ਟੇਪੇ ਕਿਰੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਤੀਸਰਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।